है तुसी सच बोल रहे हैं, मुख मंत्री भगवंत मान फिर झूठ बोल रहे हैं। झूठ ही है, पर्चा ਜਿਹੜਾ सरासर झूठ है। यूनियन नाल है। यूनियन ने ਜਦੋਂ ਇੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਤੁਸੀਂ ਬੈਠੇ ਹੋ, ਉਹਨਾਂ ਨੇ ਤੇ ਇਹ ਕਿਹਾ ਕਿ ਮੁੱਖ ਮੰਤਰੀ ਜੋ ਕਹਿ ਰਿਹਾ ਕਿ ਆਪਣੇ ਇੱਕ ਭ੍ਰਿਸ਼ਟ ਸਾਥੀ ਦਾ ਸਾਥ ਦੇ ਰਿਹਾ, ਕਹਿੰਦੇ ਅਸੀਂ ਉਹਨਾਂ ਦੇ ਕਰਕੇ ਥੋੜੀ ਧਰਨਾ ਲਾਇਆ, ਅਸੀਂ ਤਾਂ ਬੇਰੁਜ਼ਗਾਰਾਂ ਨੂੰ ਭਰਤੀ ਕਰਵਾਉਣ ਵਾਸਤੇ ਧਰਨਾ ਲਾਇਆ। ਤੁਹਾਡੇ ਨਾਲ ਖੜੀ ਹੈ, ਪਰ ਉਹ ਕਹਿੰਦੇ ਅਸੀਂ ਉਹਨਾਂ ਕਰਕੇ ਤਾਂ ਧਰਨਾ ਹੀ ਨਹੀਂ ਲਾਇਆ, ਪਟਵਾਰੀ ਬਲਕਾਰ ਸਿੰਘ ਕਰਕੇ। नहीं लगाया, वो तो आपदे मुद्दे उन्होंने। मैं तो ये कह रही हाँ भी वो परचा झूठा होया। ਕੋਈ ਦੁੱਧ ਵੇਚਣ ਦੇ ਨਾਲ ਨਾ ਇਹ ਗੱਲ ਸੁਣਦੇ ਸਾਰ ਹਜਮ ਨਹੀਂ ਹੁੰਦੀ, ਪਚਦੀ ਨਹੀਂ, ਕਿਉਂਕਿ ਦੁੱਧ ਵੇਚ ਕੇ ਤਾਂ ਅੱਜ ਕੱਲ੍ਹ ਇੱਕ ਡੰਗਰ ਨਹੀਂ ਬਣਦਾ, ਲੱਖ ਲੱਖ ਰੁਪਏ ਦੀਆਂ ਮੱਝਾਂ ਹੋਈਆਂ ਪਈਆਂ, ਤੇ ਜ਼ਮੀਨ ਏਕੜਾਂ ਦੇ ਹਿਸਾਬ ਨਾਲ ਕਿਵੇਂ ਬਣ ਗਈ ਦੁੱਧ ਵੇਚ? ਦੁੱਧ ਨਾਲ ਤਾਂ ਅਸੀਂ ਕਹਿ ਹੀ ਨਹੀਂ ਰਹੇ ਵੀ ਅਸੀਂ 50,000 ਨਹੀਂ 50,000 ਨਾਲ ਜ਼ਮੀਨ ਖਰੀਦੀ ਨਹੀਂ ਨਾ। ਸ਼ਹਿਰੇ ਦੇ ਐਮਐਲਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਨਾਲ ਸਾਡੀ ਵੀ ਗੱਲਬਾਤ ਹੋਈ, ਕਹਿੰਦੇ ਮੈਂ ਤੇ ਖੁਦ ਬਦਲੀ ਕਰਾਈ ਇਸ ਪਟਵਾਰੀ ਦੀ, ਕਰਪਸ਼ਨ ਹੀ ਬਹੁਤ ਕਰਦੇ ਸੀ। ਤਾਂ ਸਰਕਾਰ ਹੈ, ਉਹਨਾਂ ਦੀ ਕੁਝ ਵੀ ਬੋਲ ਸਕਦੇ ਨੇ, ਬਿਲਕੁਲ ਝੂਠ ਹੈ। ਕਿ ਜਿਹੜੀ ਤੁਸੀਂ ਕੋਠੀ ਬਣਾਈ ਹੈ ਉੱਥੇ ਕਦੋਂ ਤੋਂ ਰਹਿ ਰਹੇ ਹੋ? ਕਹਿੰਦੇ ਕੋਠੀ ਵੀ ਹੈ ਜਿਹੜੀ ਪਟਿਆਲੇ ਦੇ ਬਿਲਕੁਲ ਇਹੋ ਜਿਹੇ ਟਿਕਾਣੇ ਤੇ ਬਣਾਈ ਹੈ, ਸ਼ਹਿਰ ਦੇ ਨਾਲ ਲੱਗਦੇ ਖੇਤਰ ਦੇ ਵਿੱਚ, ਕਿ ਉਹ ਤਾਂ ਲੱਖਾਂ ਦੀ ਕੋਠੀ ਵੀ ਕਿਹੜਾ ਐਵੇਂ ਬਣ ਜਾਂਦੀ ਹੈ। ਕਿ ਪਟਵਾਰੀ ਬਲਕਾਰ ਸਿੰਘ ਹੋਰਾਂ ਉੱਤੇ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ, ਉਹਦੇ ਵਿੱਚ ਸੱਚਾਈ ਤੁਹਾਨੂੰ ਕਿੰਨੀ ਕੁ ਨਜ਼ਰ ਆਉਂਦੀ ਹੈ, ਔਰ ਤੁਹਾਨੂੰ ਕੀ ਲੱਗਦਾ ਝੂਠ ਕੀ ਹੈ? ਸਾਰਾ ਕੁਝ ਹੀ ਝੂਠ ਹੈ ਸਰ। 55 ਕਿੱਲੇ ਸਾਡੇ ਕੋਲ ਜ਼ਮੀਨ ਨਹੀਂ ਹੈ। 6 ਏਕੜ ਤੋਂ 32 ਏਕੜ ਜ਼ਮੀਨ ਬਣਨੀ ਵੀ ਕੋਈ ਸੁਪਨੇ 'ਚ ਤਾਂ ਬਣਦੀ ਨਹੀਂ, ਉਹਦੇ ਲਈ ਤੇ ਬਹੁਤ ਜ਼ਿਆਦਾ ਮਿਹਨਤ ਮਸ਼ੱਕਤ ਦੀ ਲੋੜ ਹੁੰਦੀ ਹੈ। ਇੰਨੀ ਜ਼ਮੀਨ ਕਿਵੇਂ ਬਣ ਗਈ? ਸਟਰਗਲ ਕੀਤਾ ਹੈ। ਸਾਨੂੰ ਸਰਕਾਰ ਨੇ ਵੀ ਉਦੋਂ ਪੈਸਾ ਦਿੱਤਾ ਸੀ, ਲੱਖ ਰੁਪਈਆ। ਬਣੀ ਸੀ 1 ਲੱਖ ਰੁਪਏ ਨਾਲ ਉਦੋਂ ਜ਼ਮੀਨ? ਐਦਾਂ ਮੈਨੂੰ ਪਤਾ ਨਹੀਂ ਸਰ। ਸਾਡੇ ਤੇ ਕੇਸ ਹੋਇਆ, ਬਿਲਕੁਲ ਝੂਠਾ। ਮੇਰੇ ਹਸਬੈਂਡ ਤੇ ਝੂਠਾ ਫਸਾਇਆ ਜਾ ਰਿਹਾ ਹੈ। ਇਹ ਹਮੀਰਗੜ੍ਹ ਪਿੰਡ ਦੇ ਵਿੱਚ ਭਟਾਣ ਕਲਾਂ, ਢੀਂਡਸਾ, ਰੋੜੇਵਾਲ, ਕਲੀਪੁਰ, ਮਕਰੌੜ ਸਾਹਿਬ, ਇਹ ਸਾਰੇ ਪਿੰਡ ਦੀ ਜ਼ਮੀਨ ਤੁਸੀਂ ਦੱਸਿਆ। ਆਮ ਇੱਥੋਂ ਹੀ ਤਾਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਟਵਾਰੀ ਸਾਹਿਬ ਜਿੱਥੇ ਜਿੱਥੇ ਡਿਊਟੀ ਤੇ ਗਏ ਹੋਣਗੇ ਉੱਥੇ ਉੱਥੇ ਜ਼ਮੀਨ ਬਣਾਉਂਦੇ ਗਏ। ਬਿਲਕੁਲ ਝੂਠਾ ਹੈ। ਕਲੀਪੁਰ ਇਹਨਾਂ ਦੀ ਕਦੇ ਡਿਊਟੀ ਵੀ ਨਹੀਂ ਸੀ। ਵਿਜੀਲੈਂਸ ਨੇ ਵੀ ਤਾਂ ਪੂਣਛਾਣ ਕੀਤੀ ਹੋਣੀ ਹੈ। ਸਾਨੂੰ ਤਾਂ ਕੁਝ ਵੀ ਨਹੀਂ ਪਤਾ ਵੀ ਇਹਨਾਂ ਨੂੰ ਫੜ ਲਿਆ ਵਿਜੀਲੈਂਸ ਨੇ। ਇੱਕ ਪਟਵਾਰੀ ਬਲਕਾਰ ਸਿੰਘ ਦਾ ਮਸਲਾ, ਇਲਜ਼ਾਮ ਇਹ ਲੱਗੇ ਕਿ 55 ਕਿੱਲੇ ਜ਼ਮੀਨ ਦੇ ਬਣਾ ਲਏ ਨੌਕਰੀ ਦੇ ਕਰਦਿਆਂ, ਪਰ ਪਰਿਵਾਰ ਪਹਿਲੀ ਵਾਰ ਸਾਹਮਣੇ ਆਇਆ। ਪਰਿਵਾਰ ਕੁਝ ਹੋਰ ਕਹਿ ਰਿਹਾ, ਕਹਿੰਦੇ ਸ਼ਿਕਾਇਤਕਰਤਾ ਨੇ ਕਹਾਣੀ ਝੂਠੀ ਘੜ ਲਈ ਹੈ, ਸਾਡੇ ਕੋਲ 55 ਕਿੱਲੇ ਜ਼ਮੀਨ ਨਹੀਂ ਹੈ, ਜਿੰਨੀ ਜ਼ਮੀਨ ਬਣਾਈ ਹੈ ਉਹ ਅਸੀਂ ਪਸ਼ੂ ਪਾਲੇ ਨੇ, ਡੇਅਰੀ ਦਾ ਫਾਰਮ ਦਾ ਕੰਮ ਕੀਤਾ, ਉਸ ਤੋਂ ਜ਼ਮੀਨ ਬਣਾਈ ਹੈ, ਔਰ ਨੌਕਰੀ ਲੱਗੇ ਨੇ ਸਾਡੇ ਪਰਿਵਾਰਕ ਮੈਂਬਰ। ਅਸੀਂ ਮਿਹਨਤ ਦੀ ਕਮਾਈ ਨਾਲ ਜ਼ਮੀਨ ਬਣਾਈ, ਪਰ ਸਾਨੂੰ ਬਦਨਾਮ ਕਰਕੇ ਰੱਖ ਦਿੱਤਾ ਗਿਆ। ਜੇਕਰ ਸਰਕਾਰ ਪੈਸੇ ਦੇ ਰਹੀ ਹੈ, ਉਹਦੇ ਤੋਂ ਅਸੀਂ ਪੈਸੇ ਦੀ ਜ਼ਮੀਨ ਬਣਾ ਰਹੇ ਹਾਂ, ਤੇ ਕਰਪਸ਼ਨ ਕਿਵੇਂ ਹੈ? ਇਸ ਮਸਲੇ ਦੇ ਬਾਰੇ ਗੱਲਬਾਤ ਕਰਾਂਗੇ। ਪਟਵਾਰੀ ਬਲਕਾਰ ਸਿੰਘ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਉਹਨਾਂ ਦੇ ਧਰਮ ਪਤਨੀ ਪ੍ਰਦੀਪ ਕੌਰ ਸਾਡੇ ਨਾਲ ਨੇ, ਢੀਂਡਸਾ ਪਿੰਡ ਦੇ ਸਰਪੰਚ ਨਿਰਭੈ ਸਿੰਘ ਸਾਡੇ ਨਾਲ ਬੈਠੇ ਨੇ। ਜਿਹੜੀਆਂ ਗੱਲਾਂ ਦੇ ਸਵਾਲ ਉੱਠ ਰਹੇ ਨੇ, ਸਾਰੇ ਸਵਾਲ ਕੀਤੇ ਜਾਣਗੇ। ਸਭ ਤੋਂ ਪਹਿਲਾਂ ਭੈਣ ਜੀ, ਸਵਾਲ ਇਹ ਆ ਕਿ ਪਟਵਾਰੀ ਬਲਕਾਰ ਸਿੰਘ ਹੋਰਾਂ ਉੱਤੇ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ, ਉਹਦੇ ਵਿੱਚ ਸੱਚਾਈ ਤੁਹਾਨੂੰ ਕਿੰਨੀ ਕੁ ਨਜ਼ਰ ਆਉਂਦੀ ਹੈ, ਔਰ ਤੁਹਾਨੂੰ ਕੀ ਲੱਗਦਾ ਝੂਠ ਕੀ ਹੈ? ਸਾਰਾ ਕੁਝ ਹੀ ਝੂਠ ਹੈ ਸਰ, ਸਾਰਾ ਕੁਝ ਝੂਠ ਹੈ। 55 ਕਿੱਲੇ ਸਾਡੇ ਕੋਲ ਜ਼ਮੀਨ ਨਹੀਂ ਹੈ। 32 ਏਕੜ ਜ਼ਮੀਨਾਂ ਸਾਡੇ 3 ਬ੍ਰਦਰ ਨੇ, ਇਹ ਤਿੰਨਾਂ ਕੋਲ ਆ। ਸਾਡੇ ਮੰਮੀ ਦੇ ਨਾਮ ਸੀ ਤੇ ਸਾਡੇ 6 ਜਾਣਿਆਂ ਦੇ ਨਾਮ ਆ। ਉਹ ਤਿੰਨੇ ਬ੍ਰਦਰ ਜੋ ਹੋ ਗਏ, ਤਿੰਨੇ ਅਸੀਂ ਵਾਈਫ ਹੋ ਗਈਆਂ। ਪਰ ਤੁਹਾਡਾ ਜਿਹੜਾ ਇੱਕ ਪ੍ਰੈਸ ਨੋਟ ਰਿਲੀਜ਼ ਜਾਰੀ ਕੀਤਾ ਗਿਆ, ਕਿਹਾ ਗਿਆ ਕਿ ਜਦੋਂ ਨੌਕਰੀ ਲੱਗਣੇ ਸੀ ਸਾਰੇ ਪਰਿਵਾਰਕ ਜੀ, ਉਦੋਂ 6 ਏਕੜ ਦੇ ਕਰੀਬ ਜ਼ਮੀਨ ਸੀ, 6 ਏਕੜ ਤੋਂ ਥੋੜੀ ਜਿਹੀ ਵੱਧ, ਪਰ 6 ਏਕੜ ਤੋਂ 32 ਏਕੜ ਜ਼ਮੀਨ ਬਣਨੀ ਵੀ ਕੋਈ ਸੁਪਨੇ 'ਚ ਤਾਂ ਬਣਦੀ ਨਹੀਂ, ਉਹਦੇ ਲਈ ਤੇ ਬਹੁਤ ਜ਼ਿਆਦਾ ਮਿਹਨਤ ਮਸ਼ੱਕਤ ਦੀ ਲੋੜ ਹੁੰਦੀ ਹੈ। ਇੰਨੀ ਜ਼ਮੀਨ ਕਿਵੇਂ ਬਣ ਗਈ? ਉਹੀ ਤਾਂ ਦੱਸ ਰਹੇ ਹਾਂ ਸਰ, ਸਟਰਗਲ ਕੀਤਾ ਤੇ ਟੈਰਰਿਸਟ ਤੋਂ ਪ੍ਰਭਾਵਿਤ ਹਾਂ ਅਸੀਂ। ਸਾਨੂੰ ਸਰਕਾਰ ਨੇ ਵੀ ਉਦੋਂ ਪੈਸਾ ਦਿੱਤਾ ਸੀ, ਲੱਖ ਰੁਪਈਆ। ਉਸ ਸਮੇਂ ਦੇ ਵਿੱਚ ਲੱਖ ਰੁਪਏ ਦੀ ਕਿੰਨੀ ਜ਼ਮੀਨ ਬਣਦੀ ਸੀ? ਜ਼ਮੀਨ ਦਾ ਰੇਟ ਬਹੁਤ ਘੱਟ ਸੀ ਉਸ ਸਮੇਂ। ਕਿੰਨੀ ਬਣੀ ਸੀ 1 ਲੱਖ ਰੁਪਏ ਨਾਲ ਉਦੋਂ ਜ਼ਮੀਨ? ਐਦਾਂ ਮੈਨੂੰ ਪਤਾ ਨਹੀਂ ਸਰ, ਅਸੀਂ ਬਾਅਦ 'ਚ ਆਏ ਹਾਂ। 90 ਦੇ ਵਿੱਚ ਹੋਈ ਹੈ ਇਹਨਾਂ ਦੇ ਫਾਦਰ ਦੀ, ਸਾਡੀ ਮੈਰਿਜ ਹੋਈ ਹੈ 2009 'ਚ ਜੀ। ਹਾਂਜੀ, ਇੰਨਾ ਮੈਨੂੰ ਨਹੀਂ ਪਤਾ, ਪਰ ਮੈਨੂੰ ਇਹ ਪਤਾ ਵੀ ਜਿਹੜਾ ਸਾਡੇ ਤੇ ਕੇਸ ਹੋਇਆ ਬਿਲਕੁਲ ਝੂਠਾ। ਮੇਰੇ ਹਸਬੈਂਡ ਤੇ ਝੂਠਾ ਫਸਾਇਆ ਜਾ ਰਿਹਾ ਹੈ। ਇਹ 38 ਨੰਬਰ FIR ਆ, ਬਿਲਕੁਲ ਝੂਠੀ ਹੈ। ਜਿਹੜੇ ਤੁਸੀਂ ਪ੍ਰਾਪਰਟੀ ਦੇ ਵੇਰਵੇ ਸਾਂਝੇ ਕੀਤੇ ਆ, ਹਮੀਰਗੜ੍ਹ ਪਿੰਡ ਦੇ ਵਿੱਚ ਭਟਾਣ ਕਲਾਂ, ਢੀਂਡਸਾ, ਰੋੜੇਵਾਲ, ਕਲੀਪੁਰ, ਮਕਰੌੜ ਸਾਹਿਬ, ਇਹ ਸਾਰੇ ਪਿੰਡ ਦੀ ਜ਼ਮੀਨ ਤੁਸੀਂ ਦੱਸਿਆ। ਆਮ ਇੱਥੋਂ ਹੀ ਤਾਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਟਵਾਰੀ ਸਾਹਿਬ ਜਿੱਥੇ ਜਿੱਥੇ ਡਿਊਟੀ ਤੇ ਗਏ ਹੋਣਗੇ ਉੱਥੇ ਉੱਥੇ ਜ਼ਮੀਨ ਬਣਾਉਂਦੇ ਗਏ, ਇਸੇ ਕਰਕੇ ਵੱਖੋ ਵੱਖਰੇ ਪਿੰਡ 'ਚ ਖਰੀਦੀ ਗਈ ਹੈ। ਨਹੀਂ, ਬਿਲਕੁਲ ਝੂਠਾ ਹੈ। ਕਲੀਪੁਰ ਇਹਨਾਂ ਦੀ ਕਦੇ ਡਿਊਟੀ ਵੀ ਨਹੀਂ ਸੀ, ਤੇ ਇਹ ਸਿਰਫ ਸਰਾਸਰ ਝੂਠ। ਸਾਰੀ ਸਾਡੇ ਕੋਲ 32 ਕਿੱਲੇ ਜ਼ਮੀਨ ਹੈ।
ਜਿਹੜੀ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਸ਼ਾਇਦ ਤੁਹਾਡੇ ਗੁਆਂਢ 'ਚ ਹੀ ਪੈਂਦੇ, ਉਹਨਾਂ ਨੂੰ ਕੀ ਤਕਲੀਫ ਹੋ ਗਈ ਤੁਹਾਡੇ ਤੋਂ? ਪਤਾ ਨਹੀਂ ਸਰ ਕੀ ਤਕਲੀਫ ਆ, ਸਾਨੂੰ ਦੱਸਣਾ ਕਿ ਉਹਨੂੰ ਕੀ ਤਕਲੀਫ ਹੈ। ਪਰ ਉਹਨਾਂ ਨੇ ਜੀ ਵਿਜੀਲੈਂਸ ਨੂੰ ਜਾ ਕੇ ਕਿਹਾ, ਵਿਜੀਲੈਂਸ ਨੇ ਵੀ ਤਾਂ ਪੂਣਛਾਣ ਕੀਤੀ ਹੋਣੀ ਹੈ, ਕਿਸੇ ਦੀ ਐਂ ਸ਼ਿਕਾਇਤ ਆ ਗਈ ਤੇ ਕਾਰਵਾਈ ਥੋੜੀ ਕਰ ਦਿੰਦਾ ਕੋਈ। ਨਹੀਂ, ਸਾਡੀ ਤਾਂ ਹੀ ਹੋਈ ਆ, ਸਾਨੂੰ ਖੁਦ ਸਾਤੋਂ ਕੁਝ ਨਹੀਂ ਪੁੱਛਿਆ ਗਿਆ। ਤੇ 7-8 ਸਾਲ ਪੁਰਾਣੇ ਕੇਸ 'ਚ ਚੱਕ ਲਿਆ, ਡਿਊਟੀ ਤੋਂ ਚੱਕਿਆ ਇਹਨਾਂ ਨੂੰ, 23 ਤਰੀਕ ਦੀ ਗੱਲ ਹੈ। ਤੇ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਵੀ ਇਹਨਾਂ ਨੂੰ ਫੜ ਲਿਆ ਵਿਜੀਲੈਂਸ ਨੇ। ਸਾਨੂੰ ਤਾਂ ਬਾਅਦ 'ਚ ਫੋਨ ਆਉਂਦਾ ਵੀ ਆਹ ਗੱਲ ਹੋਈ ਆ। ਹੁਣ ਉਹ ਪਰਚਾ ਜਿਹੜਾ ਸਰਾਸਰ ਝੂਠਾ ਹੈ, ਯੂਨੀਅਨ ਨਾਲ ਹੈ, ਸਰਾਸਰ ਬਿਲਕੁਲ ਝੂਠਾ ਹੈ। ਉਹ 2 ਵਾਰ ਪਹਿਲਾਂ ਵੀ ਕਿਸੇ ਨੇ ਸ਼ਿਕਾਇਤ ਕੀਤੀ ਸੀ, ਡੀਸੀ ਸਾਹਿਬ ਨੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਹੋਈ ਆ ਵੀ ਕੋਈ ਦੋਸ਼ੀ ਨਹੀਂ ਹੈਗੇ ਇਹ। ਜੇ ਤੁਸੀਂ ਉਹ ਸੱਚ ਬੋਲ ਰਹੇ ਆ, ਯੂਨੀਅਨ ਸੱਚ ਬੋਲ ਰਹੀ ਹੈ, ਤੁਸੀਂ ਸੱਚ ਬੋਲ ਰਹੇ ਆ, ਮੁੱਖ ਮੰਤਰੀ ਭਗਵੰਤ ਮਾਨ ਫਿਰ ਝੂਠ ਬੋਲ ਰਹੇ ਆ। ਝੂਠ ਹੀ ਹੈ ਜਦੋਂ ਸਾਡੇ ਕੋਲ 55 ਕਿੱਲੇ ਹੈ ਹੀ ਨਹੀਂ। ਕਿਉਂਕਿ ਝੂਠ ਹੈ। ਇੱਕ ਫੇਸਬੁੱਕ ਦੀ ਪੋਸਟ ਤੁਸੀਂ ਵੀ ਪੜ੍ਹੀ ਹੋਣੀ, ਕਹਿੰਦੇ ਇੱਕ ਭ੍ਰਿਸ਼ਟ ਸਾਥੀ ਨੂੰ ਬਚਾਉਣ ਦੀ ਖਾਤਰ ਯੂਨੀਅਨ ਹੜਤਾਲ ਕਰ ਰਹੀ ਹੈ, ਕਹਿੰਦੇ ਕਲਮ ਛੱਡਣੀ ਹੈ ਛੱਡ ਦਿਓ, ਅਸੀਂ ਹੋਰਾਂ ਨੂੰ ਦੇ ਦੇਵਾਂਗੇ ਕਲਮ। ਨਹੀਂ ਸਰ, ਝੂਠੀ ਹੈ, ਬਿਲਕੁਲ ਝੂਠਾ ਹੈ ਕਿ ਕੇਸ ਹੋਇਆ, ਬਿਲਕੁਲ ਝੂਠਾ ਹੈ। 2 ਵਾਰ ਬਲਕਿ ਇਹਨਾਂ ਨੂੰ ਬਲੀ ਕੀਤਾ ਗਿਆ, ਉਹ ਤਾਂ ਫਸਾਇਆ ਜਾ ਰਿਹਾ ਹੈ। ਝੂਠਾ ਪਰਚਾ ਕਰਕੇ ਚੱਕਿਆ ਗਿਆ ਇਹਨਾਂ ਨੂੰ, ਸਾਨੂੰ ਤਾਂ ਪਤਾ ਵੀ ਨਹੀਂ ਸੀ ਨਾ ਸਾਤੋਂ। ਉਹ ਬਲਕਿ ਪਰਚਾ ਰੱਦ ਕਰਨ ਦੀ ਬਜਾਏ ਹੁਣ ਜਾਇਦਾਦ ਵਾਲਾ ਨਵਾਂ ਇਸ਼ੂ ਚੱਕ ਰੱਖਿਆ। ਪਟਵਾਰ ਯੂਨੀਅਨ ਨੇ ਜਦੋਂ ਇੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਤੁਸੀਂ ਬੈਠੇ ਹੋ, ਉਹਨਾਂ ਨੇ ਤੇ ਇਹ ਕਿਹਾ ਕਿ ਮੁੱਖ ਮੰਤਰੀ ਜੋ ਕਹਿ ਰਿਹਾ ਕਿ ਆਪਣੇ ਇੱਕ ਭ੍ਰਿਸ਼ਟ ਸਾਥੀ ਦਾ ਸਾਥ ਦੇ ਰਿਹਾ, ਕਹਿੰਦੇ ਅਸੀਂ ਉਹਨਾਂ ਦੇ ਕਰਕੇ ਥੋੜੀ ਧਰਨਾ ਲਾਇਆ, ਅਸੀਂ ਤਾਂ ਬੇਰੁਜ਼ਗਾਰਾਂ ਨੂੰ ਭਰਤੀ ਕਰਵਾਉਣ ਵਾਸਤੇ ਧਰਨਾ ਲਾਇਆ। ਬਿਲਕੁਲ ਬਿਲਕੁਲ। ਤੇ ਬੇਰੁਜ਼ਗਾਰਾਂ ਨੂੰ ਭਰਤੀ ਕਰਨ, ਤੇ ਜਿਹੜੇ ਨਵੇਂ ਭਰਤੀ ਕੀਤੇ ਉਹਨਾਂ ਨੂੰ 5000 ਦੇ ਰਿਹਾ। 5000 ਚ ਕੋਈ ਕਿਵੇਂ ਆਪਦਾ ਖਰਚਾ ਕਰੇ? ਤੁਹਾਡੇ ਨਾਲ ਖੜੀ ਹੈ, ਪਰ ਉਹ ਕਹਿੰਦੇ ਅਸੀਂ ਉਹਨਾਂ ਕਰਕੇ ਤਾਂ ਧਰਨਾ ਹੀ ਨਹੀਂ ਲਾਇਆ, ਪਟਵਾਰੀ ਬਲਕਾਰ ਸਿੰਘ ਕਰਕੇ ਨਹੀਂ ਲਗਾਇਆ। ਉਹ ਤਾਂ ਆਪਦੇ ਮੁੱਦੇ ਆ ਉਹਨਾਂ ਦੇ। ਮੈਂ ਤਾਂ ਇਹ ਕਰ ਰਹੀ ਹਾਂ ਵੀ ਉਹ ਪਰਚਾ ਝੂਠਾ ਹੋਇਆ, ਤੇ ਜੋ 6-7 ਸਾਲ ਪੁਰਾਣਾ ਹੈ ਉਹਦੇ 'ਚ ਇਹਨਾਂ ਨੂੰ ਅੰਦਰ ਕੀਤਾ ਗਿਆ। ਤੇ ਬਾਕੀ ਉਹ ਪਰਚਾ ਬਿਲਕੁਲ ਝੂਠਾ ਹੈ, ਉਹਨੂੰ ਰੱਦ ਕਰਨ ਦੀ ਬਜਾਏ ਹੁਣ ਇਹ ਜਾਇਦਾਦ ਵਾਲਾ ਇਸ਼ੂ ਚੱਕਿਆ ਹੋਇਆ। ਤੁਸੀਂ ਨਾਲ ਠੇਕੇ ਤੇ ਵੀ ਜ਼ਮੀਨ ਲੈਂਦੇ ਹੋ, ਸਾਰੇ ਪਰਿਵਾਰ ਖੇਤੀ ਕਰਦਾ ਕਹਿੰਦੇ, ਤੇ ਪਸ਼ੂ ਪਾਲਣ ਦਾ ਧੰਦਾ ਵੀ ਹੈ। ਕੋਈ ਦੁੱਧ ਵੇਚਣ ਦੇ ਨਾਲ ਨਾ ਇਹ ਗੱਲ ਸੁਣਦੇ ਸਾਰ ਹਜਮ ਨਹੀਂ ਹੁੰਦੀ, ਪਚਦੀ ਨਹੀਂ, ਕਿਉਂਕਿ ਦੁੱਧ ਵੇਚ ਕੇ ਤਾਂ ਅੱਜ ਕੱਲ੍ਹ ਇੱਕ ਡੰਗਰ ਨਹੀਂ ਬਣਦਾ, ਲੱਖ ਰੁਪਏ ਦੀਆਂ ਮੱਝਾਂ ਹੋਈਆਂ ਪਈਆਂ, ਤੇ ਜ਼ਮੀਨ ਏਕੜਾਂ ਦੇ ਹਿਸਾਬ ਨਾਲ ਕਿਵੇਂ ਬਣ ਗਈ ਦੁੱਧ ਵੇਚ ਕੇ? ਦੁੱਧ ਨਾਲ ਤਾਂ ਅਸੀਂ ਕਹਿ ਹੀ ਨਹੀਂ ਰਹੇ ਵੀ ਅਸੀਂ 50000 ਨਹੀਂ 50000 ਨਾਲ ਜ਼ਮੀਨ ਖਰੀਦੀ ਨਹੀਂ ਨਾ। ਤੇ ਇਹ 4 ਜਾਣਿਆਂ ਦੀ ਤਨਖਾਹ ਵੀ ਹੈ, 4 ਜਾਣੇ ਮੁਲਾਜ਼ਮ ਸੀਗੇ। ਇਹ ਜ਼ਮੀਨ ਤਾਂ ਇਹਨਾਂ ਨੇ ਪਹਿਲਾਂ ਵੀ ਲੈਤੀ ਆ, ਡਿਊਟੀ ਲੱਗਣ ਤੋਂ ਪਹਿਲਾਂ ਵੀ ਲੈਤੀ ਹੋਈ ਆ। 2002 ਚ ਡਿਊਟੀ ਲੱਗੇ ਨੇ ਇਹ, ਉਦੋਂ ਪਹਿਲਾਂ ਵੀ ਜ਼ਮੀਨ ਖਰੀਦੀ ਹੋਈ ਆ, ਵੀ ਉਦੋਂ ਵੀ ਕੋਈ ਕਰਪਸ਼ਨ ਸੀ। ਇੱਕ ਲਹਿਰੇ ਦੇ ਐਮਐਲਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਨਾਲ ਸਾਡੀ ਵੀ ਗੱਲਬਾਤ ਹੋਈ, ਕਹਿੰਦੇ ਮੈਂ ਤੇ ਖੁਦ ਬਦਲੀ ਕਰਾਈ ਇਸ ਪਟਵਾਰੀ ਦੀ, ਕਰਪਸ਼ਨ ਹੀ ਬਹੁਤ ਕਰਦੇ ਸੀ, ਕਹਿੰਦੇ ਇੱਥੋਂ ਬਦਲੀ ਕਰਾਈ ਤਾਂ ਖਨੌਰੀ ਵਾਲੇ ਪਾਸੇ ਡਿਊਟੀ ਲਵਾਈ ਉਹਨਾਂ ਦੀ। ਨਹੀਂ, ਇਹ ਝੂਠ ਹੈ। ਤਾਂ ਸਰਕਾਰ ਹੈ, ਉਹਨਾਂ ਦੀ ਕੁਝ ਵੀ ਬੋਲ ਸਕਦੇ ਨੇ, ਬਿਲਕੁਲ ਝੂਠ ਹੈ। ਐਮਐਲਏ ਜੋ ਕਹਿ ਰਿਹਾ ਝੂਠ ਹੈ? ਜੀ ਝੂਠ ਹੈ। ਸਰਪੰਚ ਸਾਹਿਬ, ਤੁਸੀਂ ਕੀ ਗਵਾਹੀ ਭਰਦੇ ਹੋ? ਕਿਉਂਕਿ ਪਿੰਡ ਦੇ ਵਿੱਚ ਮੋਹਤਬਾਰ ਸੱਜਣ ਹੁੰਦੇ, ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਕੌਣ ਚੋਰ ਹੈ ਕੌਣ ਸਾਧ ਆ। ਤਾਂ ਪਟਵਾਰੀ ਬਲਕਾਰ ਸਿੰਘ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ? ਪਰਿਵਾਰ ਤਾਂ ਇਹ ਕਹਿੰਦਾ ਕਿ ਅਸੀਂ ਮਿਹਨਤ ਨਾਲ ਜ਼ਮੀਨ ਬਣਾਈ ਹੈ। ਦੇਖੋ ਜੀ, ਮੈਂ ਪਹਿਲਾਂ ਤਾਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਜੋ ਉਹਨਾਂ ਨੇ ਕਰਪਸ਼ਨ ਦੇ ਖਿਲਾਫ ਐਡੀ ਵੱਡੀ ਆਵਾਜ਼ ਉਠਾਈ ਹੈ। ਜੇਕਰ ਕੋਈ ਵੀ ਮੁਲਾਜ਼ਮ ਹੈ, ਇਕੱਲਾ ਪਟਵਾਰੀ ਕੀ, ਕੋਈ ਡਾਕਟਰ ਹੈ, ਕੋਈ ਪੁਲਿਸ ਦਾ ਅਫਸਰ ਹੈ, ਕੋਈ ਐਸਡੀਐਮ ਹੈ, ਕੋਈ ਤਹਿਸੀਲਦਾਰ ਹੈ, ਜੇ ਕੋਈ ਕਰਪਸ਼ਨ ਕਰਦੇ ਬਿਲਕੁਲ ਕਾਰਵਾਈ ਉੱਤੇ ਹੋਣੀ ਚਾਹੀਦੀ ਹੈ। ਪਰ ਜੋ ਬਲਕਾਰ ਸਿੰਘ ਪਟਵਾਰੀ ਦੇ ਕਰਪਸ਼ਨ ਦਾ ਦੋਸ਼ ਲੱਗ ਰਿਹਾ ਹੈ, ਇਹ ਮੈਨੂੰ 101% ਨਜਾਇਜ਼ ਲੱਗ ਰਿਹਾ ਹੈ। ਕਿਉਂਕਿ ਇਸ ਪਰਿਵਾਰ ਤੇ 1991 ਦੇ ਵਿੱਚ ਇੱਕ ਖਾੜਕੂ ਬਾਦ ਦਾ ਏਡਾ ਵੱਡਾ ਜ਼ਬਰਦਸਤ ਹਮਲਾ ਹੋਇਆ ਸੀ, ਜਿਸ ਦੇ ਵਿੱਚ ਬਲਕਾਰ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ, ਤੇ ਇਸ ਦੇ 2 ਤਾਏ ਜੀ ਜੋ ਫੱਟੜ ਹੋ ਗਏ ਸੀ। ਉਸ ਸਮੇਂ ਦੇ ਵਿੱਚ ਇਹਨਾਂ ਨੂੰ ਤਰਸ ਦੇ ਆਧਾਰ ਤੇ ਸਰਕਾਰ ਵੱਲੋਂ ਫਾਈਨੈਂਸ਼ਲੀ ਮਦਦ ਕੀਤੀ ਗਈ, 1.5 ਲੱਖ ਰੁਪਏ ਦੀ, ਤੇ ਇਹਦੀ ਮੰਮੀ ਦੀ ਪੈਨਸ਼ਨ ਵੀ ਲਾਈ ਗਈ ਸਰਕਾਰ ਵੱਲੋਂ ਬੱਚੇ ਨੂੰ ਪੜ੍ਹਾਉਣ ਵਾਸਤੇ। ਇਹ ਬੱਚੇ ਨਿਆਣੇ ਸੀ, ਪੜ੍ਹਦੇ ਸੀ। ਇਹਨਾਂ ਦੇ ਮਾਮਾ ਜੀ ਨੇ ਪਿੰਡ ਰਹਿ ਕੇ ਸਾਡੇ ਪਿੰਡ ਖੇਤੀ ਕਰਾਉਣੀ ਸ਼ੁਰੂ ਕੀਤੀ। ਉਸ ਸਮੇਂ ਲੱਖ ਰੁਪਏ ਦੇ ਨਾਲ ਜ਼ਮੀਨਾਂ ਦੇ ਰੇਟ ਬਹੁਤ ਕਾਫੀ ਘੱਟ ਸੀ। 4-5 ਕਿੱਲੇ ਜ਼ਮੀਨ ਦੇ ਖਰੀਦ ਲਏ ਇਹਨਾਂ ਨੇ, ਕੋਈ ਆਪਦੀ ਸੂਝ-ਬੂਝ ਨਾਲ ਜ਼ਮੀਨ ਖਰੀਦੀ ਹੈ। ਉਦੋਂ ਕਿਹੜਾ ਕੋਈ ਕਰਪਸ਼ਨ ਸੀ? ਜੇਕਰ ਉਸ ਨੂੰ ਵੀ ਕਰਪਸ਼ਨ ਕਿਹਾ ਜਾ ਸਕਦਾ, ਬਹੁਤ ਮਾੜੀ ਗੱਲ ਹੈ ਜੀ। ਇੱਕ ਪਰਿਵਾਰ ਦੇ ਵਿੱਚੋਂ ਐਡਾ ਵੱਡਾ ਪਰਿਵਾਰ ਦਾ ਮੈਂਬਰ ਚਲਿਆ ਗਿਆ ਹੋਵੇ, ਜੇਕਰ ਉਸ ਨੂੰ ਕਿ ਸਰਕਾਰ ਨੇ ਲੱਖ ਰੁਪਏ ਦੀ ਸਹਾਇਤਾ ਦਿੱਤੀ, ਉਸ ਨਾਲ ਉਹਨਾਂ ਨੇ ਜ਼ਮੀਨ ਖਰੀਦੀ, ਕਿ ਕਰਪਸ਼ਨ ਹੋ ਗਿਆ। ਜੇ ਤੁਹਾਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਉੱਤੇ ਕੋਈ ਸ਼ੱਕ ਨਹੀਂ ਹੈ, ਤੇ ਫਿਰ ਉਹਨਾਂ ਦੀ ਜਿਹੜੀ ਕਈ ਗੱਲ ਮੈਂ ਇਹਨਾਂ ਨੂੰ ਵੀ ਜਿਹੜੀ ਪੁੱਛੀ, ਉਹਦੇ ਉੱਤੇ ਸ਼ੱਕ ਕਿਉਂ ਆ? ਉਹ ਕਹਿੰਦੇ ਆਪਣੇ ਭ੍ਰਿਸ਼ਟ ਸਾਥੀ ਨੂੰ ਬਚਾਉਣ ਦੀ ਖਾਤਰ ਪਟਵਾਰ ਯੂਨੀਅਨ ਆ ਜਿਹੜੀ, ਉਹ ਕਲਮਾਂ ਛੱਡ ਰਹੀ ਆ, ਇਹ ਤਾਂ ਮੈਂ ਚੱਲਣ ਨਹੀਂ ਦੇਣਾ, ਕਲਮਾਂ ਛੱਡਣੀਆਂ ਛੱਡ ਦਿਓ, ਫਿਰ ਅਸੀਂ ਤੇ ਐਂ ਹੀ ਕਰਾਂਗੇ। ਨਹੀਂ, ਇਹ ਬਿਲਕੁਲ ਫੈਸਲਾ ਠੀਕ ਹੈ ਜੀ ਮਾਨ ਸਾਹਿਬ ਦਾ, ਮੈਂ ਮੰਨਦਾ। ਜੇਕਰ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਦੇ ਨੇ, ਸਰਕਾਰ ਦੇ ਖਿਲਾਫ ਜਾਂਦੇ ਨੇ, ਮਾੜੀ ਗੱਲ ਹੈ ਯੂਨੀਅਨ ਦੀ, ਨਹੀਂ ਲੜਨੀ ਚਾਹੀਦੀ। ਪਰ ਜੋ ਇਹ ਬੇਰਬਾ ਬਲਕਾਰ ਸਿੰਘ ਪਟਵਾਰੀ ਵਾਲਾ ਹੈ, ਇਹ ਮੈਂ ਤੁਹਾਨੂੰ ਸ਼ੁਰੂ ਤੋਂ ਸੁਣਾ ਹੀ ਦਿੱਤਾ ਵੀ ਜੇ ਲੱਖ ਰੁਪਏ ਦੇ 4-5 ਕਿੱਲੇ ਜ਼ਮੀਨ ਦੇ ਖਰੀਦ ਲਏ, 5-6 ਕਿੱਲੇ ਜ਼ਮੀਨ ਦੇ ਹੋ ਗਏ, ਘਰ ਦੀ ਆਮਦਨ ਵੱਧਦੀ ਗਈ, ਡੰਗਰ ਪਸ਼ੂ ਰੱਖਣ ਲੱਗੇ, ਦੁੱਧ ਦਾ ਕੰਮ ਵੀ ਕੀਤਾ। ਬਾਅਦ ਦੇ ਵਿੱਚ ਸਰਕਾਰ ਨੇ ਤਰਸ ਦੇ ਆਧਾਰ ਤੇ ਇਹਨੂੰ ਨੌਕਰੀ ਦਿੱਤੀ।
ਬਲਕਾਰ ਸਿੰਘ ਨੂੰ ਪਟਵਾਰੀ ਲਾਇਆ ਗਿਆ, ਇਸ ਦੇ ਵੱਡੇ ਭਰਾ ਨੂੰ ਮਾਸਟਰ ਲਾਇਆ ਗਿਆ ਤੇ ਉਸ ਤੋਂ ਬਾਅਦ ਤੀਜੇ ਭਰਾ ਨੂੰ ਬੈਂਕ ਦੇ ਵਿੱਚ ਨੌਕਰੀ ਮਿਲ ਗਈ HDFC ਦੇ ਵਿੱਚ। ਅੱਗੇ ਉਸ ਦੇ ਘਰ ਵਾਲੀ ਉਸ ਨੂੰ ਵੀ ਬੈਂਕ ਦੇ ਵਿੱਚ ਨੌਕਰੀ ਮਿਲ ਗਈ। ਜੇਕਰ ਸਰਕਾਰ ਨੇ ਇਹਨਾਂ ਨੂੰ ਪੈਸਾ ਦਿੱਤਾ, ਸਰਕਾਰ ਨੇ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਨੇ, ਜੇਕਰ ਸਰਕਾਰ ਦੇ ਪੈਸੇ ਨਾਲ ਇਹਨਾਂ ਨੇ ਪ੍ਰਾਪਰਟੀ ਖਰੀਦੀ ਗਈ ਟਰਨ ਬਾਈ ਟਰਨ, ਫਿਰ ਕੀ ਇਹਨੂੰ ਕਰਪਸ਼ਨ ਨਹੀਂ ਕਿਹਾ ਜਾ ਸਕਦਾ? ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਦਿੱਤੇ ਪੈਸਿਆਂ ਦੀ ਉਹ ਮਿਹਨਤ ਦੀ ਕਮਾਈ ਦੇ ਕਰਕੇ ਜ਼ਮੀਨ ਬਣੀ ਹੈ, ਚਾਹੇ ਸਾਢੇ 32 ਏਕੜ ਜ਼ਮੀਨ ਬਣੀ ਹੈ। ਹਾਂਜੀ, ਟਰਨ ਬਾਈ ਟਰਨ ਕਰੀਏ। ਜੇਕਰ ਕਿਤੇ 10 ਕਿੱਲੇ ਲੈ ਲਏ, 15 ਕਿੱਲੇ ਲੈ ਲਏ, ਉਸ ਨੂੰ ਤਾਂ ਭ੍ਰਿਸ਼ਟਾਚਾਰ ਕਹਿ ਸਕਦੇ ਹਾਂ ਜੀ ਆਪਾਂ, ਕਰਪਸ਼ਨ ਕਹਿ ਸਕਦੇ ਹਾਂ। ਕਿਤੇ 2 ਕਿੱਲੇ ਲੈ ਲਏ, ਕਿਤੇ 1.5 ਕਿੱਲਾ ਲੈ ਲਿਆ, ਇਹ ਤਾਂ ਕੋਈ ਭ੍ਰਿਸ਼ਟਾਚਾਰ ਵਾਲਾ ਕੰਮ ਹੈ ਨਹੀਂ ਜੀ। 4 ਪਰਿਵਾਰ ਦੇ ਵਿੱਚ ਤਨਖਾਹ ਵੀ ਆਉਂਦੀਆਂ ਨੇ, ਸਰਕਾਰ ਨੂੰ ਆਪ ਹੀ ਪਤਾ ਹੈ ਵੀ ਮਾਸਟਰ ਨੂੰ ਕਿੰਨੀ ਤਨਖਾਹ ਦਿੰਦੇ ਅਸੀਂ, ਪਟਵਾਰੀ ਨੂੰ ਕਿੰਨੀ ਤਨਖਾਹ ਦਿੰਦੇ ਅਸੀਂ, ਬੈਂਕ ਦੇ ਕਰਮਚਾਰੀ ਨੂੰ ਕਿੰਨੀ ਤਨਖਾਹ ਦਿੰਦੇ ਅਸੀਂ। ਜੇਕਰ ਫਿਰ ਉਹ ਪੈਸੇ ਦਾ ਅਸੀਂ ਕਰਾਂਗੇ ਕੀ ਕਿਸਾਨ? ਅਸੀਂ ਜ਼ਮੀਨ ਵੱਲ ਹੀ ਵਧਾਂਗੇ, ਕੋਈ ਅਸੀਂ ਇੰਡਸਟਰੀ ਵਗੈਰਾ ਤਾਂ ਲਾ ਨਹੀਂ ਸਕਦੇ। ਜੇ ਤੁਸੀਂ ਵੀ ਕਿਸਾਨੀ ਖੇਤੀ ਕਰਦੇ ਹੋ, ਕਹਿੰਦੇ ਅੱਜ ਕੱਲ ਖੇਤੀ ਕਰਨ ਵਾਲਾ ਤਾਂ ਕਰਜ਼ੇ 'ਚ ਹੀ ਡੁੱਬਦਾ ਜਾਂਦਾ। ਇੱਕ ਪਰਿਵਾਰ ਪਿੰਡ ਦਾ ਥੋੜੀ ਹੋ ਸਕਦਾ ਜਿਹੜਾ ਇੱਕ ਤਾਂ ਜ਼ਮੀਨ ਹੀ ਖਰੀਦੀ ਜਾਂਦਾ, ਬਾਕੀ ਕਰਜ਼ੇ 'ਚ ਡੁੱਬੀ ਜਾਂਦੇ ਆ। ਨਹੀਂ, ਇਹ ਆਪੋ ਆਪਣੀ ਪਰਿਵਾਰਾਂ ਦੀ ਸੂਝ-ਬੂਝ ਹੈ ਜੀ। ਸਾਡੇ ਕੋਲ ਖੁਦ ਮੇਰੇ ਦਾਦਾ ਜੀ, ਮੇਰੇ ਫਾਦਰ ਸਾਹਿਬ ਨੂੰ 20 ਕਿੱਲੇ ਜ਼ਮੀਨ ਦੇ ਕੇ ਗਏ ਸੀ। ਜਦੋਂ ਅਸੀਂ ਮੇਰੇ ਫਾਦਰ ਸਾਹਿਬ ਅੱਡ ਹੋਏ, ਅਸੀਂ 50 ਕਿੱਲੇ ਜ਼ਮੀਨ ਦੇ ਵੰਡੇ। ਕੀ ਉਹ ਕਰਪਸ਼ਨ ਹੋ ਗਿਆ? ਨਹੀਂ ਹੈਗਾ। ਖੇਤੀ ਦੇ ਵਿੱਚ ਪ੍ਰੋਫਿਟ ਹੈ, ਲਾਹੇਵੰਦ ਧੰਦਾ ਹੈ ਖੇਤੀ ਵੀ ਸਾਡੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਹੁਣ ਨਾ ਖੇਤੀ ਦੇ ਨਾਲ ਮੱਝਾਂ ਦਾ ਕਾਰੋਬਾਰ ਹੈ ਜਿਨ੍ਹਾਂ ਦਾ 50-50 ਹਜ਼ਾਰ ਦੇ 1 ਮਹੀਨੇ ਦਾ ਦੁੱਧ ਪਾਉਂਦੇ ਨੇ। 1 ਮਹੀਨੇ ਦੀ ਪੇਮੈਂਟ ਨਾਲ 50 ਹਜ਼ਾਰ ਦਾ ਪਰਿਵਾਰ ਦਾ ਸਾਰਾ ਖਰਚਾ ਚੱਲਦਾ ਜੀ। ਕਿਉਂਕਿ ਇਹ ਨਹੀਂ ਕਹਿ ਸਕਦੇ ਵੀ ਦੁੱਧ ਨਾਲ ਜ਼ਮੀਨ ਖਰੀਦੀ ਗਈ, ਬਿਲਕੁਲ ਗਲਤ ਹੈ। ਇਹ ਤਨਖਾਹ ਆਉਂਦੀ ਸੀ 4 ਪਰਿਵਾਰਾਂ ਮੈਂਬਰਾਂ ਦੀ ਜੀ, ਤਨਖਾਹ ਆਪਦੀ ਮੰਮੀ ਨੂੰ ਲੈ ਕੇ ਦਿੰਦੇ ਸੀ। ਇਹ ਉਹਦੇ ਨਾਲ ਕਦੇ ਕਿੱਲਾ ਲੈ ਲਿਆ, ਕਦੇ 1.5 ਕਿੱਲਾ ਲੈ ਲਿਆ, ਕਦੇ ਮਾਰੂ ਜ਼ਮੀਨ ਲੈ ਲਈ, ਟਿੱਬੇ ਦੀ ਜ਼ਮੀਨ ਲੈ ਲਈ, ਉਹਨੂੰ ਪੱਧਰ ਕੀਤਾ, ਉਹਤੇ ਖਰਚ ਕੀਤਾ। ਜੇਕਰ ਉਹ 5 ਲੱਖ ਦੀ ਲਈ, ਜਦੋਂ ਪੱਧਰ ਕਰਤੀ ਕਨੈਕਸ਼ਨ ਲੱਗ ਗਿਆ, ਉਹ 15 ਲੱਖ ਦੀ ਵਿਕ ਗਈ। ਪਿੰਡ ਆ ਕੇ ਜੇ ਉਹਨਾਂ ਨੇ 12 ਲੱਖ ਦੀ ਜਾਂ 13 ਲੱਖ ਦੇ 2 ਕਿੱਲੇ ਲੈ ਲਏ, ਫਿਰ ਉਹ ਕਰਪਸ਼ਨ ਨਹੀਂ ਕਿਹਾ ਜਾ ਸਕਦਾ। ਇੱਕ ਆਖਰੀ ਸਵਾਲ ਹੈ ਤੁਹਾਨੂੰ ਕਿ ਜਿਹੜੀ ਤੁਸੀਂ ਕੋਠੀ ਬਣਾਈ ਹੈ, ਉੱਥੇ ਕਦੋਂ ਤੋਂ ਰਹਿ ਰਹੇ ਹੋ? ਕਹਿੰਦੇ ਕੋਠੀ ਵੀ ਹੈ ਜਿਹੜੀ ਪਟਿਆਲੇ ਦੇ ਬਿਲਕੁਲ ਇਹੋ ਜਿਹੇ ਟਿਕਾਣੇ ਤੇ ਬਣਾਈ ਹੈ, ਸ਼ਹਿਰ ਦੇ ਨਾਲ ਲੱਗਦੇ ਖੇਤਰ ਦੇ ਵਿੱਚ, ਕਿ ਉਹ ਤਾਂ ਲੱਖਾਂ ਦੀ ਕੋਠੀ ਵੀ ਕਿਹੜਾ ਐਵੇਂ ਬਣ ਜਾਂਦੀ ਹੈ? ਨਹੀਂ ਸਰ, ਬਿਲਕੁਲ ਝੂਠ ਹੈ। ਪਟਿਆਲੇ ਦੇ ਵਿੱਚ ਨਹੀਂ ਹੈ, ਪਿੰਡ ਦਾ ਰਕਬਾ ਹੈ, ਖੇੜੀ ਗੁੱਜਰਾ ਪਿੰਡ ਹੈ, ਪਿੰਡ ਦੇ ਵਿੱਚ ਕੋਠੀ ਹੈ। ਕੋਠੀ ਅਸੀਂ ਉਸਾਰੀ ਅਧੀਨ ਲਈ ਹੋਈ ਹੈ ਤੇ ਲੋਨ ਲੈ ਕੇ ਅਸੀਂ ਪੂਰਾ ਅੱਜ ਵੀ ਕੋਠੀ ਕੰਪਲੀਟ ਨਹੀਂ ਹੈ। ਵੈਸੇ ਅਸੀਂ ਰਹਿ ਰਹੇ ਹਾਂ ਪਰ ਕੰਪਲੀਟ ਨਹੀਂ ਹੈ ਸਾਡੀ ਕੋਠੀ। ਇੱਕ ਪਾਸੇ ਤਾਂ ਤੁਹਾਨੂੰ ਪੂਰੇ ਪੰਜਾਬ ਨੇ ਦੇਖ ਲਿਆ ਕਿ 55 ਏਕੜ ਦੇ ਮਾਲਕ ਬਣ ਗਏ ਪਟਵਾਰੀ ਸਾਹਿਬ, ਦੂਜੇ ਪਾਸੇ ਤੁਸੀਂ ਤਾਂ ਲਿਖਿਆ ਇੱਥੇ ਤਾਂ ਲੋਨ ਵੀ ਕਰੋੜਾਂ ਦਾ ਤੁਹਾਡੇ ਉੱਤੇ ਲੋਨ ਹੈ ਸਾਡੇ ਸਾਰੀ ਫੈਮਿਲੀ ਤੇ। ਜੇ ਸਾਡੇ ਕੋਲ ਕਰਪਸ਼ਨ ਹੋਵੇ, ਅਸੀਂ ਬੈਂਕ ਨੂੰ ਕਿਉਂ ਕਰਜ਼ਾ ਦੇਈਏ? ਸਰਕਾਰ ਦਾ ਕਿਉਂ ਅਸੀਂ ਵਿਆਜ ਦੇਈਏ? ਤੁਸੀਂ ਜੇ ਸਾਰੀਆਂ ਗੱਲਾਂ ਹੁਣ ਆਪਣਾ ਪੱਖ ਵੀ ਸਾਹਮਣੇ ਲੈ ਆਂਦਾ, ਦੂਜੇ ਪਾਸੇ ਵਿਜੀਲੈਂਸ ਦੀ ਆਪਣੀ ਕਾਰਵਾਈ ਹੈ, ਤੁਹਾਡੇ ਕੋਲ ਹੁਣ ਰਸਤਾ ਕੀ ਬਚਦਾ? ਜੇਕਰ ਵਿਜੀਲੈਂਸ ਨੇ ਤਾਂ ਪਰਚਾ ਦਰਜ ਕਰਨਾ, ਗ੍ਰਿਫਤਾਰੀ ਕਰਨੀ ਸੀ, ਉਹ ਕੰਮ ਚੱਲੀ ਜਾਂਦਾ ਨਾਲੋਂ ਨਾਲ, ਤੁਹਾਡੇ ਕੋਲ ਰਸਤਾ ਕੀ ਹੈ? ਸਾਡੇ ਕੋਲ ਰਸਤਾ ਅਸੀਂ ਤਾਂ CM ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਰਾਸਰ ਝੂਠਾ ਹੈ। ਅਗਰ 55 ਕਿੱਲੇ ਹੈ ਜ਼ਮੀਨ ਸਾਡੀ ਤਾਂ ਅਸੀਂ ਸਰਕਾਰ ਨੂੰ ਦੇਣ ਨੂੰ ਤਿਆਰ ਹਾਂ 32 ਕਿੱਲਿਆਂ ਤੋਂ ਬਿਨਾਂ। ਬਾਕੀ ਜੋ ਭੁਪਿੰਦਰ ਸਿੰਘ ਕਹਿ ਰਿਹਾ ਉਹ ਆਪਦੀ ਜ਼ਮੀਨ ਦੇਵੇ 55 ਕਿੱਲੇ ਪੂਰੇ ਕਰਕੇ। ਸਾਡੀ ਤਾਂ 32 ਕਿੱਲੇ ਆ, ਅਸੀਂ ਕਹਿ ਰਹੇ ਹਾਂ ਜੇ ਉਹ 55 ਕਿੱਲੇ ਮੰਨਦਾ ਤਾਂ ਉਹ ਆਪਦੀ ਦੇ ਦੇ, ਇੱਧਰ ਸਰਕਾਰ ਨੂੰ ਜ਼ਬਤ ਕਰਾਵੇ। ਜੇ ਸਾਡੀ ਉਹ ਕਹਿੰਦਾ ਕੱਢਦਾ ਤਾਂ ਅਸੀਂ ਦੇਣ ਨੂੰ ਤਿਆਰ ਹਾਂ। ਹਾਂਜੀ, ਤਾਂ ਇਸ ਸਾਡੇ ਨਾਲ ਪਟਵਾਰੀ ਬਲਕਾਰ ਸਿੰਘ ਦੇ ਇੱਧਰ ਧਰਮ ਪਤਨੀ ਪ੍ਰਦੀਪ ਕੌਰ ਤੇ ਉੱਧਰ ਪਿੰਡ ਦੇ ਸਰਪੰਚ ਨਿਰਭੈ ਸਿੰਘ, ਜਿਨ੍ਹਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਜਿਹੜੀਆਂ ਗੱਲਾਂ ਉੱਠੀਆਂ ਨੇ, ਸਵਾਲ ਉੱਠੇ ਨੇ, ਉਹਨਾਂ ਦਾ ਜਵਾਬ ਇਹਨਾਂ ਨੇ ਆਪਣੇ ਹਿਸਾਬ ਨਾਲ ਦਿੱਤਾ ਹੈ। ਪਰ ਸੱਚ ਕੀ ਹੈ ਇਹ ਤਾਂ ਨਿਰਪੱਖਤਾ ਦੇ ਨਾਲ ਜੇਕਰ ਜਾਂਚ ਹੁੰਦੀ ਹੈ ਉਸ ਵਿੱਚ ਹੀ ਤੈਅ ਹੋਣਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ 'ਚ ਕਿੰਨਾ ਦਮ ਹੈ ਤੇ ਪਰਿਵਾਰ ਦੀ ਗੱਲ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਆਉਣ ਵਾਲੇ ਸਮੇਂ 'ਚ ਜਲਦੀ ਹੀ ਨਿਤਾਰਾ ਆਉਣ ਦੀ ਉਮੀਦ ਕਰਦੇ ਹਾਂ। ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।